ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਦੋਏ ਦਿਵਸ ਰਹਿ ਕਰ ਨਗਰ, ਲੈ ਤਨੀਆ ਨਿਜ ਸੰਗ। ਕਰਮ ਕਰਮ ਪਹੁੰਚਿਓ ਸਦਨ ਕੋ, ਮੂਲਾ ਹੋਏ ਉਮੰਗ। ਦੋਏ ਦਿਵਸ ਰਹਿ ਕਰ ਨਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ, ਕਰਮਾਂ ਵਾਲੇ ਹੋ, ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸਾਧ ਸੰਗਤ ਜੀ, ਆਪਾਂ ਰੋਜ਼ਾਨਾ ਹੀ ਨਿਤਨੇਮ ਨਾਲ ਸਤਿਗੁਰੂ ਕੀ ਧੁਰ ਕੀ ਬਾਣੀ ਸੰਧਿਆ ਰਹਿ ਰਾਤ ਸਮੇਂ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੋਹਣਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਹੀ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ। ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਆਪਾਂ ਰਲ ਮਿਲ ਕੇ ਸੰਗਤੀ ਰੂਪ ਵਿੱਚ ਸਰਵਣ ਕਰ ਰਹੇ ਹਾਂ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ
ਜਿਵੇਂ ਆਪਣੇ ਅਵਤਾਰ ਸਥਾਨ ਤਲਵੰਡੀ ਨਗਰ, ਉੱਥੇ ਮਹਾਰਾਜ ਪਹੁੰਚੇ ਹੈ ਅਤੇ ਆਪਣੇ ਪਿਆਰੇ ਰਾਏ ਬੁਲਾਰ ਜੀ ਨੂੰ ਮਹਾਰਾਜ ਜੀ ਨੇ ਜਿਵੇਂ ਉਪਦੇਸ਼ ਕੀਤਾ, ਰਾਏ ਬੁਲਾਰ ਨੂੰ ਵੀ ਸ਼ੁਭ ਉਪਦੇਸ਼ ਬਖਸ਼ ਕੇ ਨਿਹਾਲ ਸਫਲਾ ਕੀਤਾ। ਜੋ ਰਾਏ ਬੁਲਾਰ ਸਾਧ ਸੰਗਤ ਜੀ ਮਹਾਰਾਜ ਜੀ ਨਾਲ ਬਹੁਤ ਪ੍ਰੇਮ ਕਰਦਾ ਸੀ, ਜਿਸ ਨੇ ਗੁਰੂ ਮਹਾਰਾਜ ਜੀ ਨੂੰ ਆਪਣਾ ਸਭ ਕੁਝ ਸਮਰਪਣ ਕੀਤਾ ਹੋਇਆ ਸੀ। ਇਵੇਂ ਦੱਸਿਆ ਜਾਂਦਾ ਕਿ 7500 ਏਕੜ ਜ਼ਮੀਨ ਰਾਏ ਬੁਲਾਰ ਜੀ ਨੇ ਗੁਰੂ ਮਹਾਰਾਜ ਜੀ ਦੇ ਨਾਮ 'ਤੇ ਕਰ ਦਿੱਤੀ ਸੀ। ਅਤੇ ਸਤਿਗੁਰੂ ਮਹਾਰਾਜ ਜੀ ਦਾ ਬੜਾ ਪ੍ਰੇਮੀ ਪਿਆਰਾ ਸੀ ਸਭ ਤੋਂ ਰਾਏ ਬੁਲਾਰ। ਸਤਿਗੁਰੂ ਮਹਾਰਾਜ ਜੀ ਬੜਾ ਨਿਹਾਲ ਕਰਦੇ। ਇਸ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਿਹਾ, ਸੱਚਾ ਪਾਤਸ਼ਾਹ ਮੈਨੂੰ ਦਰਸ਼ਨ ਦੇ ਕੇ ਆਪ ਜੀ ਨੇ ਨਿਹਾਲ ਕੀਤਾ ਹੈ। ਇਸ ਤਰ੍ਹਾਂ ਉੱਥੇ ਦਰਸ਼ਨ ਦੇ ਕੇ ਗੁਰੂ ਮਹਾਰਾਜ ਆਪਣੇ ਘਰ ਗਏ। ਮਾਤਾ ਸੁਲੱਖਣੀ ਜੀ ਦੀ ਤਿਆਰੀ ਕਰਵਾਈ, ਸੁਲਤਾਨਪੁਰ ਚੱਲਣ ਦੀ ਤਿਆਰੀ ਕੀਤੀ। ਉਸ ਵੇਲੇ ਮਾਤਾ ਜੀ ਹੁਣੀ ਵੀ ਮਿਲੇ ਹੈ, ਸਭ ਪਰਿਵਾਰ ਮਿਲਿਆ ਗੁਰੂ ਮਹਾਰਾਜ ਜੀ ਨੂੰ। ਬਹੁਤ ਵਿਰਾਗ ਵੀ ਕੀਤਾ ਹੈ ਪ੍ਰੇਮ ਵਿੱਚ ਆ ਕੇ। ਇਸੇ ਤਰ੍ਹਾਂ ਜਦੋਂ ਮਾਤਾ ਸੁਲੱਖਣੀ ਜੀ ਨੇ ਮਾਤਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਮਾਤਾ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਤੁਸੀਂ ਸਦਾ ਹੀ ਆਪਣੇ ਪਤੀ ਦੀ ਆਗਿਆ ਵਿੱਚ ਰਹੋ। ਆਪ ਜੀ ਦਾ ਪਤੀ ਨਾਲ ਸਦਾ ਪ੍ਰੇਮ ਬਣਿਆ ਰਹੇ, ਸਦਾ ਸੁਹਾਗਣ ਰਹੋ, ਸੁੱਖ ਪ੍ਰਾਪਤ ਕਰੋ। ਕਿ ਫਿਰ ਕਿਹਾ ਹੈ ਕਿ ਇਹ ਸੁਲੱਖਣੀ ਨੂੰਹ ਨੂੰ ਕਿ ਹੇ ਪੁੱਤਰੀ, ਮੈਂ ਬਹੁਤ ਭਾਗਾਂ ਵਾਲੀ ਹਾਂ ਜੋ ਕਿ ਮੇਰੇ ਸਪੁੱਤਰ ਗੁਰੂ ਨਾਨਕ ਦੇਵ ਜੀ ਹਨ, ਅਤੇ ਉਹਨਾਂ ਨਾਲ ਤੇਰੀ ਪ੍ਰੀਤੀ ਸਦਾ ਜਿਹੜੀ ਬਣੀ ਰਹੇ, ਤੂੰ ਹਰ ਤਰ੍ਹਾਂ ਨਾਲ ਸੁਖੀ ਹੋ ਕੇ ਵਸੇ। ਮਾਤਾ ਜੀ ਨੇ, ਮਾਤਾ ਸੁਲੱਖਣੀ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਬਹੁਤ ਆਪੋ ਵਿੱਚ ਹੀ ਮੋਹ ਪਿਆਰ ਕੀਤਾ ਹੈ। ਫਿਰ ਡੋਲੇ 'ਤੇ ਵਿੱਚ ਮਾਤਾ ਜੀ ਚੜ੍ਹ ਗਏ। ਵਿਛੜਨ ਨੂੰ ਭਾਵੇਂ ਜੀਅ ਤੇ ਨਹੀਂ ਕਰਦਾ, ਅਤੇ ਫਿਰ ਵੀ ਜਿਹੜਾ ਹੈ ਸਾਧ ਸੰਗਤ ਜੀ ਉਹ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਹੀ ਸੀ ਸੁਲਤਾਨਪੁਰ ਚੱਲਣ ਦੀ। ਫਿਰ ਕਰਮਵਾਰ ਕਰਮ ਸੁਲਤਾਨਪੁਰ ਪਹੁੰਚ ਗਏ। ਅਤੇ ਜਦੋਂ ਗਏ ਸੁਲਤਾਨਪੁਰ, ਮਾਤਾ ਜੀ ਤੋਂ ਵਿੱਦਿਆ ਲੈ ਕੇ ਭੈਣ ਨਾਨਕੀ ਜੀ, ਇਸੇ ਤਰ੍ਹਾਂ ਭਾਈਆ ਜੈ ਰਾਮ ਜੋ ਸੁਲਤਾਨਪੁਰ ਸਾਹਿਬ ਵਿਖੇ ਵਾਸ ਕਰ ਰਹੇ ਹੈ, ਅਤੇ ਉਹਨਾਂ ਨੇ ਜਦੋਂ ਮਹਾਰਾਜ ਜੀ ਦਾ ਮੁੱਖ ਦੇਖਿਆ ਬਹੁਤ ਜਿਹੜੇ ਪ੍ਰਸੰਨ ਹੋਏ। ਫਿਰ ਉੱਥੇ ਹੀ ਜਿਹੜੇ ਮਹਾਰਾਜ ਜੀ ਨੇ ਫਿਰ ਜਿਹੜਾ ਸੁਲਤਾਨਪੁਰ ਆ ਗਏ ਹੈ, ਜੋ ਆਪਣਾ ਦਾਨਾਈ ਸੁਭਾਅ ਹੈ, ਦਾਨਿਆਂ ਵਾਲਾ ਸੁਭਾਅ ਹੈ, ਉਹਦੇ ਨਾਲ ਗੁਰੂ ਮਹਾਰਾਜ ਖੁੱਲ੍ਹਾ ਡੁੱਲਾ ਹੀ ਦਾਨ ਪੁੰਨ ਗਰੀਬ ਗੁਰਬੇ ਨੂੰ ਮੋਦੀ ਖਾਨੇ ਦੀ ਕਾਰ ਦੇ ਬਹਾਨੇ ਦਾਨ ਵੱਧ ਤੋਂ ਵੱਧ ਕਰੀ ਜਾਂਦੇ ਹੈ। ਗੁਰੂ ਮਹਾਰਾਜ ਜੀ ਦੇ ਕੌਤਕਾਂ ਦੀ ਆਪਾਂ ਕਥਾ ਸਰਵਣ ਕਰ ਰਹੇ ਹਾਂ। ਜਿਵੇਂ ਸਤਿਗੁਰੂ ਜੀ ਦਾ ਸਹੁਰਾ ਬਾਬਾ ਮੂਲ ਚੰਦ ਜੀ ਜਿਹੜੇ ਹੈ ਉਹ ਉੱਥੇ ਆ ਗਏ ਸੁਲਤਾਨਪੁਰ, ਅਤੇ ਰਾਤ ਨੂੰ ਆ ਕੇ ਬਿਰਾਜਨਾ ਕੀਤਾ ਹੈ। ਅਤੇ ਫਿਰ 2 ਕੁ ਦਿਨ ਜਿਹੜਾ ਉੱਥੇ ਰਹਿ ਕਰਕੇ ਸੁਲਤਾਨਪੁਰ ਆਪਣੀ ਸੁਪੁੱਤਰੀ ਸੁਲੱਖਣੀ ਨੂੰ ਨਾਲ ਲੈ ਕੇ ਬਾਬਾ ਮੂਲ ਚੰਦ ਜੀ ਜਿਵੇਂ ਚਲੇ ਗਏ। ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਮਹਾਰਾਜ ਜੀ ਦੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਦੋਏ ਦਿਵਸ ਰਹਿ ਕਰ ਨਗਰ। ਇਵੇਂ ਬਾਬਾ ਮੂਲ ਚੰਦ ਜੀ ਆਪਣੀ ਸਪੁੱਤਰੀ ਸੁਲੱਖਣੀ ਮਾਤਾ ਜੀ ਨੂੰ ਲੈਣ ਆਏ ਹੈ। 2 ਦਿਨ ਜਿਹੜਾ ਸੁਲਤਾਨਪੁਰ ਵਿੱਚ ਰਹਿ ਕਰਕੇ ਲੈ ਤਨੀਆ ਨਿਜ ਸੰਗ। ਤੇ ਆਪਣੀ ਸਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਲਿਆ ਹੈ। ਕਰਮ ਕਰਮ ਪਹੁੰਚਿਓ ਸਦਨ ਕੋ। ਤੇ ਇਵੇਂ ਭਾਈਆ ਜੈ ਰਾਮ ਬੇਬੇ ਨਾਨਕੀ ਜੀ ਨੂੰ ਮਿਲ ਜੁਲ ਕੇ ਤੇ ਸਭ ਤਰ੍ਹਾਂ ਨਾਲ ਜਿਵੇਂ ਬਣਦਾ ਮਿਲ ਜੁਲ ਕੇ ਹੌਲੀ ਹੌਲੀ ਚੱਲ ਕੇ ਆਪਣੇ ਘਰ ਨੂੰ ਜਾ ਪਹੁੰਚੇ ਹਨ। ਮੂਲਾ ਹੋਏ ਉਮੰਗ। ਘਰ ਵਿੱਚ ਪਹੁੰਚ ਕੇ ਬਾਬਾ ਮੂਲ ਚੰਦ ਬਹੁਤ ਖੁਸ਼ ਪ੍ਰਸੰਨ ਹੋਇਆ ਹੈ। ਚੌਪਈ ਪੂਰਬ ਔਰ ਉਦਾਰਤਾ ਜੈਸੀ। ਇੱਧਰ ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਪਹਿਲਾਂ ਹਿਰਦੇ ਵਿੱਚ ਉਦਾਰਤਾ ਵਾਲਾ ਸੁਭਾਅ ਸੀ, ਸਖੀ ਪੁਣੇ ਵਾਲਾ, ਖੁੱਲ੍ਹਾ ਡੁੱਲਾ ਖੁੱਲ੍ਹ ਦਿਲੀ ਵਾਲਾ, ਜਿਸ ਤਰ੍ਹਾਂ ਪਹਿਲਾਂ ਹੀ ਹਿਰਦੇ 'ਚ ਸੁਭਾਅ ਸੀ। ਕਰਹਿ ਬਹੁਰ ਸੁਖ ਸਾਗਰ ਤੈਸੀ। ਸੁੱਖਾਂ ਦੇ ਸਾਗਰ ਗੁਰੂ ਮਹਾਰਾਜ ਫਿਰ ਉਸੇ ਤਰ੍ਹਾਂ ਹੀ ਦਾਨ ਪੁੰਨ ਗਰੀਬਾਂ ਨੂੰ ਵੱਧ ਤੋਂ ਵੱਧ ਕਰਦੇ ਪਹਿਲਾਂ ਵਾਂਗ ਹੀ। ਜਿਉ ਸੁਰ ਸਰ ਗਤ ਪ੍ਰਾਚੀ ਗਵਨੀ। ਕਵੀ ਜੀ ਕਹਿੰਦੇ ਆ ਜਿਸ ਤਰ੍ਹਾਂ ਵੀ ਸੁਰਸਰ ਜਿਹੜੀ ਦੇਵਤਿਆਂ ਦੀ ਨਦੀ ਹੈ ਗੰਗਾ, ਜਿਵੇਂ ਗੰਗਾ ਦੀ ਇਹ ਗਤੀ ਹੈ, ਜਿਵੇਂ ਗੰਗਾ ਦਾ ਇਹ ਸੁਭਾਅ ਹੀ ਹੈ ਕਿ ਉਹ ਹਮੇਸ਼ਾ ਪ੍ਰਾਚੀ ਚੜ੍ਹਦੀ ਤਰਫ ਹੀ ਚੱਲਦੀ ਹੈ। ਕਬਹਿ ਨਾ ਬਿਹਰਹਿ ਪશ્ਚਮ ਅਵਨੀ। ਉਹ ਕਦੇ ਵੀ ਪশ্ਚਮ ਕਹੀਏ ਲਹਿੰਦੀ ਤਰਫ, ਪੱਛਮ ਵੱਲ ਉਹ ਕਦੀ ਨਹੀਂ ਵਹਿੰਦੀ ਹੈ। ਗੰਗਾ ਨਦੀ ਚੜ੍ਹਦੇ ਤਰਫ ਹੀ ਜਾਂਦੀ ਹੈ। ਜਿਉ ਸੂਰਜ ਕੋ ਧਰਮ ਸੁਹਾਵਨਾ। ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਜਿਵੇਂ ਸੂਰਜ ਦਾ ਧਰਮ ਹੀ ਹੈ ਸੋਹਣਾ ਸੋਭਨੀਕ ਇਹ। ਸਦਾ ਤਿਮਰ ਕੋ ਕਰਹਿ ਨਸਾਵਨਾ। ਹਮੇਸ਼ਾ ਜਿਹੜਾ ਹਨੇਰੇ ਨੂੰ ਨਾਸ ਕਰਨਾ ਤੇ ਸੂਰਜ ਦਾ ਧਰਮ ਹੀ ਹੈ ਵੀ ਜਦੋਂ ਚੜ ਗਿਆ ਹਨੇਰੇ ਦਾ ਨਾਸ ਕਰ ਦਿੰਦਾ ਹੈ। ਤਿਉ ਰੰਕਨ ਕੋ ਕਸ਼ਟ ਨਿਵਾਰਨਾ। ਜਿਵੇਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਭਾਅ ਇਹ ਧਰਮ ਹੀ ਹੈ ਸੋਹਣਾ ਕਿ ਜਿਹੜੇ ਕੰਗਾਲ ਗਰੀਬ ਗੁਰਬੇ ਦਾ ਕਸ਼ਟ ਦੂਰ ਕਰਨਾ। ਕਰਹਿ ਸਦਾ ਜੋ ਦਾਸ ਉਬਾਰਨਾ। ਦਾਸਾਂ ਨੂੰ ਬਚਾਉਣ ਵਾਲੇ, ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੇ ਸਤਿਗੁਰ ਜੀ ਹਮੇਸ਼ਾ ਇਸੇ ਤਰ੍ਹਾਂ ਆਪਣਾ ਧਰਮ ਸੋਹਣਾ ਨਿਭਾਉਣਾ ਕਰਦੇ ਆ ਕਿ ਗਰੀਬਾਂ ਦੇ ਕਸ਼ਟਾਂ ਦੁੱਖਾਂ ਨੂੰ ਦੂਰ ਕਰਦੇ ਹਨ। ਜਿਉ ਸੁਰ ਤਰ ਕੋ ਸੁਭਗ ਸੁਭਾਉ। ਜਿਵੇਂ ਕਲਪ ਵਰਿਸ਼ ਦਾ ਸੁਭਗ ਕਹੀਏ ਬੜਾ ਸੁੱਤੇ ਸੇਧੀ ਸੋਹਣਾ ਸੁਭਾਅ ਹੈ ਚੰਗਾ। ਜਾਚੇ ਸ਼ੂਸ਼ਾ ਸ਼ੋਰ ਨਾ ਕਾਉ। ਵੀ ਜੋ ਵੀ ਕੋਈ ਮੰਗਣ ਆਉਂਦਾ ਹੈ ਉਸ ਮੰਗਣ ਵਾਲੇ ਨੂੰ ਕਦੇ ਵੀ ਕਲਪ ਵਰਿਸ਼ ਖਾਲੀ ਨਹੀਂ ਜਾਣ ਦਿੰਦਾ। ਤਿਉ ਜੋ ਕਰਹਿ ਅਰਥ ਨਾ ਰੰਕਾ। ਜਿਵੇਂ ਜਿਹੜੇ ਕੰਗਾਲ ਗਰੀਬ ਵਿਚਾਰੇ ਜੋ ਕੁਝ ਵੀ ਮਹਾਰਾਜ ਜੀ ਪਾਸੋਂ ਮੰਗਣਾ ਕਰਦੇ ਹਨ। ਦੇਹ ਸਬਨ ਕੋ ਬਦਨ ਮਯੰਕਾ। ਚੰਦਰਮਾ ਵਰਗੇ ਮੁੱਖ ਵਾਲੇ ਗੁਰੂ ਮਹਾਰਾਜ ਸਾਰਿਆਂ ਨੂੰ ਉਹੀ ਪਦਾਰਥ ਦਿੰਦੇ ਆ, ਕਦੀ ਕਿਸੇ ਨੂੰ ਵਾਪਸ ਨਹੀਂ ਖਾਲੀ ਭੇਜਦੇ। ਦੌਲਤ ਖਾਨ ਖਰਚ ਤਿਹ ਬਥੋਰਾ। ਉੱਥੇ ਮੋਦੀ ਖਾਨੇ ਵਿੱਚ ਦੌਲਤ ਖਾਂ ਵੱਲੋਂ ਤੇ ਮਹਾਰਾਜ ਜੀ ਨੂੰ ਥੋੜਾ ਹੀ ਖਰਚ ਦਿੱਤਾ ਜਾਂਦਾ ਸੀ। ਹੋਤ ਵਿਸਾਲਾ ਰੰਕ ਨਯੋਰਾ। ਪਰ ਇੱਧਰ ਗਰੀਬਾਂ ਦੀ ਤਰਫ ਜਿਹੜਾ ਲੋਕਾਂ ਗਰੀਬਾਂ ਨੂੰ ਦਾਨ ਦੇਣਾ ਸਤਿਗੁਰੂ ਜੀ ਵੱਲੋਂ ਬਹੁਤਾ ਹੁੰਦਾ ਸੀ। ਮਹਾਰਾਜ ਬਹੁਤਾ ਦਾਨ ਦਿੰਦੇ ਆ। ਉੱਧਰ ਦੇ ਦੌਲਤ ਖਾਂ ਕੋਈ ਗਿਣਤੀ ਮਿਣਤੀ ਦੇ 1000 ਰੁਪਈਆ 2000 ਰੁਪਈਆ ਐਵੇਂ ਦਿੰਦਾ ਮੋਦੀ ਖਾਨੇ ਦੀ ਕਿਰਤ ਚਲਾਉਣ ਵਾਸਤੇ। ਪਰ ਮਹਾਰਾਜ ਗਰੀਬਾਂ ਦੀ ਤਰਫ ਤੇ ਖੁੱਲ੍ਹਾ ਹੀ ਦਾਨ ਦੇਈ ਜਾਂਦੇ ਬਹੁਤਾ। ਸਰਬ ਦਿਵਸ ਮਹਿ ਅਪਰ ਨਾ ਕਾਰਾ। ਸਾਰੇ ਦਿਨ ਵਿੱਚ ਹੋਰ ਕੋਈ ਕੰਮ ਕਾਰ ਨਹੀਂ ਕਰਦੇ। ਤਹ ਦੇਤੇ ਦਾਨ ਉਦਾਰਾ। ਬਸ ਖੁੱਲ੍ਹਾ ਡੁੱਲਾ ਬਹੁਤਾ ਦਾਨ ਦਿੰਦਿਆਂ ਹੀ ਸਤਿਗੁਰ ਜੀ ਦਾ ਬੀਤ ਜਾਂਦਾ ਲੰਘ ਜਾਂਦਾ ਹੈ। ਦੋਹਰਾ ਮਨਹੁ ਪੁੰਨ ਤਨ ਧਾਰ ਨਿਜ। ਮਨ ਹੋ ਕੇ ਜਿਹੜਾ ਪੁੰਨ ਉਹੀਓ
ਆਪਣਾ ਸਰੀਰ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਰੂਪ ਵਿੱਚ ਕੀਨੀ ਆਨ ਦੁਕਾਨ ਤੇ ਆਣ ਕੇ ਜਿਹੜੀ ਦੁਕਾਨ ਕਰ ਲਈ ਹੈ ਕਾਇਮ। ਮਾਨੋ ਕਿ ਜਿਹੜਾ ਪੁੰਨ ਹੈ ਉਸਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੀਰ ਧਾਰ ਕੇ ਤੇ ਇਹ ਮੋਦੀ ਖਾਨੇ ਵਾਲੀ ਹੱਟ ਜਿਹੜੀ ਆਣ ਕੇ ਕਾਇਮ ਕਰ ਲਈ ਹੈ। ਦਾਰਦ ਸ਼ੁਦਾ ਜੋ ਨਗਨਤਾ ਜਿਹੜੀ ਦਰਿਦਰੀ ਹੈ, ਗਰੀਬੀ, ਸ਼ੁਦਾ ਭੁੱਖ ਤੇ ਨਗਨਤਾ ਨੰਗ। ਤਜਗੇ ਪੁਰ ਸੁਲਤਾਨ ਸੁਲਤਾਨਪੁਰ ਵਿੱਚ ਕੋਈ ਦਰਿਦਰੀ ਨਹੀਂ ਰਹਿ ਗਿਆ, ਭੁੱਖ ਨਹੀਂ ਰਹਿ ਗਈ, ਇਹ ਨਗਨਤਾ ਨਹੀਂ ਰਹਿ ਗਈ। ਇਹ ਮਾਨੋ ਇਹ ਜਿਹੜੇ ਤਿੰਨ ਦਰਿਦਰ ਹੈਗੇ ਨਾ, ਇਹ ਦਰਿਦਰੀ, ਗਰੀਬੀ, ਸ਼ੁਦਾ ਭੁੱਖ ਤੇ ਨਗਨਤਾ ਨੰਗਪੂਣਾ, ਇਹ ਸਾਰੇ ਸੁਲਤਾਨਪੁਰ ਨੂੰ ਛੱਡ ਕੇ ਚਲੇ ਗਏ ਹੈ। ਚੋਪਈ ਬਿਸਮਹ ਨਗਰ ਵਿਖੈ ਨਰ ਨਾਰੀ ਇੱਧਰ ਸੁਲਤਾਨਪੁਰ ਵਿੱਚ ਸਭ ਮਾਈ ਭਾਈਏ ਮਹਾਰਾਜ ਜੀ ਨੂੰ ਖੁੱਲਾ ਡੁੱਲਾ ਦਾਨ ਦੇਂਦਿਆਂ ਦੇਖ ਕੇ ਬੜੇ ਅਚਰਜ ਹੁੰਦੇ ਆ। ਮਨ ਅਨੁਮਾਨਤ ਮਤ ਜਿਨ ਹਾਰੀ ਜਿਨ੍ਹਾਂ ਦੀ ਮਤ ਅਨੁਮਾਨ ਲਾਉਂਦਿਆਂ ਮਨ ਵਿੱਚ ਹਾਰ ਹੰਬ ਗਈ ਹੈ। ਕੇਊ ਲਖਹ ਰਸਾਇਨ ਕਰਹੀ ਕੁਝ ਕੇ ਜਾਣਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਨਾ ਰਸਾਇਣ ਮਾਰਨੀ ਜਾਣਦੇ ਆ। ਇਹ ਵੀ ਪਾਰੇ ਨੂੰ ਮਾਰ ਕੇ ਤੇ ਚਾਂਦੀ ਤੋਂ ਸੋਨਾ, ਪਿੱਤਲ ਤੋਂ ਸੋਨਾ, ਤਾਂਬੇ ਤੋਂ ਸੋਨਾ ਬਣਾ ਲੈਂਦੇ ਆ ਪਾਰੇ ਨੂੰ ਮਾਰ ਕੇ। ਇਵੇਂ ਰਸਾਇਣ ਦੇ ਨਾਲ ਇਹ ਸੋਨਾ ਤਿਆਰ ਕਰਕੇ ਸੋਨਾ ਵੇਚ ਕੇ ਤੇ ਹੱਟ ਫੇਰ ਕਰਦੇ ਆ, ਉੱਥੇ ਸੌਦਾ ਜਿਹੜਾ ਵੇਚੀ ਜਾਂਦੇ ਲਿਆ ਕੇ। ਧਰਮ ਵਧਾਵਹਿ ਕੋਏ ਉਚਰਹੀ ਕੋਈ ਕਹਿੰਦਾ ਨਹੀਂ ਨਹੀਂ ਇਹ ਤੇ ਧਰਮ ਦੀ ਕਿਰਤ ਕਰਦੇ ਆ ਨਾ, ਬਹੁਤਾ ਖੁੱਲਾ ਡੁੱਲਾ ਦਾਨ ਕਰਦੇ ਆ, ਇਸੇ ਕਰਕੇ ਇਹਨਾਂ ਦੀ ਕਿਰਤ ਵਿੱਚ ਵਾਧਾ ਹੁੰਦਾ ਹੈ। ਕੋ ਇੱਕ ਕਲਾਵਾਨ ਅਨੁਮਾਨ ਹੈ ਕੁਝ ਜਿਹੜੇ ਇਹ ਕਹਿੰਦੇ ਆ ਸਿਆਣੇ ਜਿਹਨਾਂ ਦੀ ਥੋੜੀ ਅੱਖ ਖੁੱਲੀ ਹੋਈ, ਕਹਿੰਦੇ ਨਹੀਂ ਇਹ ਤੇ ਗੁਰੂ ਨਾਨਕ ਸਾਹਿਬ ਨਾ ਬਹੁਤ ਵੱਡੀ ਤਾਕਤ ਵਾਲੇ ਆ, ਸ਼ਕਤੀ ਵਾਲੇ, ਅਨੁਮਾਨ ਲਾਉਂਦੇ ਆ। ਕੋ ਪਾਰਸ ਕੋ ਪਾਸ ਪਛਾਨ ਹੈ ਕੋਈ ਜਿਹੜੇ ਆ ਮਹਾਰਾਜ ਜੀ ਦੇ ਕੋਲ ਪਾਰਸ ਵੱਟੀ ਜਿਹੜੀ ਪਛਾਣਦੇ ਵੀ ਪਾਰਸ ਵੱਟੀ ਇਹਨਾਂ ਕੋ, ਇਹ ਪਿੱਤਲ ਨੂੰ, ਲੋਹੇ ਨੂੰ, ਤਾਂਬੇ ਨੂੰ, ਚਾਂਦੀ ਨੂੰ ਸੁਹਾ ਕੇ ਸੋਨਾ ਬਣਾ ਲੈਂਦੇ ਆ। ਉਹ ਸੋਨਾ ਵੇਚ ਕੇ ਸੌਦਾ ਪੱਤਾ ਲਈ ਆਉਂਦੇ ਤੇ ਵੇਚੀ ਜਾਂਦੇ ਹਨ। ਕੋ ਕਹਿ ਬਰ ਦੀਨੋ ਦੇਵਾ ਕੋਈ ਕਹਿੰਦਾ ਨਹੀਂ ਇਹਨਾਂ ਨੂੰ ਤੇ ਸ੍ਰੇਸ਼ਟ ਮਹਾਨ ਦੇਵਤੇ ਨੇ ਵਰ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਖੁੱਲਾ ਡੁੱਲਾ ਦਾਨ ਪੁੰਨ ਕਰੀ ਜਾਓ, ਵਰਤੀ ਜਾਓ, ਕਦੀ ਟੋਟਾ ਨਹੀਂ ਆਏਗਾ। ਇਹ ਵਾਰੀ ਦਿੱਤਾ ਦੇਵਤੇ ਨੇ ਕਿਸੇ ਨੇ। ਕੋ ਜਾਣਹਿ ਕਿਛ ਤੰਤਰਨ ਸੇਵਾ ਕੋਈ ਜਾਣਦਾ ਹੈ, ਕੋਈ ਇਹਨਾਂ ਨੇ ਇਹ ਤੇ ਜੀ ਤੰਤਰ ਮੰਤਰ ਕੋਈ ਜਾਣਦੇ ਹੈ ਜਾਂ ਨਾ ਤੰਤਰ ਜਿਹੜੀ ਬੂਟੀ ਦਾ ਸੇਵਨ ਕੀਤਾ। ਉਹ ਤੰਤਰ ਬੂਟੀ ਹੁੰਦੀ, ਜੇ ਉਹਨੂੰ ਕੋਈ ਜਿਹੜਾ ਘੋਟ ਕੇ ਦਾ ਅਰਕ ਜਿਹਾ ਕੱਢ ਕੇ ਮਿੱਟੀ ਦੇ ਪਾਈ ਜਾਵੇ 23-24 ਦਿਨ ਤੇ ਉਹ ਧਰਤੀ ਸੋਨੇ ਦੀ ਬਣੀ ਜਾਂਦੀ ਹੈ। ਐਵੇਂ ਕਹਿੰਦੇ ਵੀ ਨਹੀਂ ਇਹ ਤੰਤਰ ਮੰਤਰ ਜਾਣਦੇ ਆ। ਕੋਈ ਕਹਿੰਦਾ ਨਹੀਂ ਨਾ ਤੰਤਰ ਬੂਟੀ ਦੀ ਸੇਵਾ ਕੀਤੀ ਹੋਈ ਹੈ, ਉਹਦਾ ਅਰਕ ਕੱਢ ਕੇ ਮਿੱਟੀ 'ਤੇ ਪਾ ਕੇ ਸੋਨਾ ਬਣਾਈ ਜਾਂਦੇ ਆ। ਜਿਸ ਕਰਕੇ ਇਹ ਸਭ ਜੁਗਤੀਆਂ ਜਾਣਦੇ ਉਹ ਸੋਨਾ ਵੇਚ ਕੇ ਸੌਦਾ ਲਈ ਆਉਂਦੇ ਤੇ ਵੱਧ ਤੋਂ ਵੱਧ ਖੁੱਲਾ ਡੁੱਲਾ ਦੇਈ ਜਾਂਦੇ ਹਨ। ਭਾਖਤ ਕੋਏ ਭਗਤ ਪੂਰਾ ਜਿਹੜਾ ਕੋਈ ਬਹੁਤ ਸਿਆਣਾ ਕਹਿੰਦਾ ਨਹੀਂ ਇਹ ਤੇ ਜੀ ਉਹ ਕਹਿੰਦੇ ਆ ਇਹ ਤੇ ਜੋ ਵਾਹਿਗੁਰੂ ਪਰਮੇਸ਼ਰ ਨਾ ਮਹਾਨ, ਉਹਦਾ ਪੂਰੇ ਭਗਤ ਹੈ ਗੁਰੂ ਨਾਨਕ ਸਾਹਿਬ। ਸ੍ਰੀ ਹਰਿ ਕੋਸ ਕਰਨ ਹੈ ਊਰਾ ਜਿਸ ਕਰਕੇ ਸ਼੍ਰੋਮਣੀ ਵਾਹਿਗੁਰੂ ਇਹਨਾਂ ਦਾ ਜਿਹੜਾ ਕੋਸ਼ ਕਹੀਏ ਖਜ਼ਾਨਾ ਹੈ ਉਹ ਊਣਾ ਨਹੀਂ ਕਰਦੇ ਆ, ਉਹ ਖਾਲੀ ਨਹੀਂ ਕਰਦੇ, ਘੱਟ ਨਹੀਂ ਹੋਣ ਦਿੰਦੇ। ਕੋਏ ਕਹੈ ਨਿਦ ਸਿਧ ਇਨ ਪਾਸੋ ਕੋਈ ਕਹਿੰਦਾ ਨਹੀਂ ਜੀ ਜਿਹੜੀਆਂ ਪਾਤਸ਼ਾਹ ਦਾ 9 ਨਿਧੀਆਂ ਦਾ ਖਜ਼ਾਨਾ ਇਹਨਾਂ ਪਾਸ। ਕੋਈ ਕਹਿੰਦਾ ਇਹਨਾਂ ਪਾਸ ਸਿੱਧ ਸ਼ਕਤੀਆਂ ਹਨ। ਦੇਤ ਦਾਨ ਦੀਨਨ ਕੋ ਆਸੋ ਇਸੇ ਕਰਕੇ ਜਿਹੜਾ ਦੀਨਨ ਗਰੀਬਾਂ ਨੂੰ ਆਸੂ ਬੜੀ ਛੇਤੀ ਨਾਲ ਖੁੱਲਾ ਡੁੱਲਾ ਦਾਨ ਦਿੰਦੇ ਆ। ਜਿਨ ਪਰ ਕਰੁਣਾ ਦ੍ਰਿਸ਼ਟ ਨਿਹਾਰੀ ਪਰ ਜਿਨ੍ਹਾਂ ਦੇ ਉੱਪਰ ਮਹਾਰਾਜ ਨੇ ਆਪਣੀ ਮਿਹਰ ਦੀ ਕਿਰਪਾ ਦੀ ਦ੍ਰਿਸ਼ਟੀ ਧਾਰੀ ਹੈ, ਜਾਂ ਵੀ ਜਿਨ ਪਰ ਕਰੁਣਾ ਦ੍ਰਿਸ਼ਟ ਨਿਹਾਰੀ, ਜਿਨ੍ਹਾਂ ਉੱਪਰ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ
ਵੇਖਣਾ ਕੀਤਾ ਹੈ। ਹਿਰਦੇ ਵਿਦਿਆ ਦੂਰ ਬਿਦਾਰੀ। ਉਹਨਾਂ ਦੇ ਹਿਰਦੇ ਵਿੱਚ ਅਵਿਦਿਆ ਜਿਹੜੀ ਦੂਰ ਕਰ ਦਿੱਤੀ ਹੈ, ਨਾਸ ਕਰ ਦਿੱਤੀ ਬੇਸਮਝੀ। ਸੋ ਜਾਣਹਿ ਪਰਮੇਸ਼ਰ ਆਪੋ। ਉਹ ਇਹ ਗੱਲ ਜਾਣਦੇ ਆ ਵੀ ਕੋਈ ਨਹੀਂ ਇਹ ਐਸਾ ਕੁਝ ਕੀਤਾ ਭਗਤ, ਇਹ ਨਹੀਂ ਹੈ ਵੀ ਰਸਾਇਣ ਮਾਰੀ ਹੈ ਜਾਂ ਇਹਨਾਂ ਨੇ ਵੀ ਕੋਈ ਤੰਤਰ ਬੂਟੀ ਸੇਵਨ ਕੀਤਾ ਉਹਦਾ, ਜਾਂ ਇਹ ਤੰਤਰ ਮੰਤਰ ਜਾਣਦੇ ਆ। ਉਹ ਜਾਣਦੇ ਵੀ ਇਹ ਤੇ ਆਪ ਪਰਮੇਸ਼ਰ ਹਨ। ਗੁਰੂ ਨਾਨਕ ਸਾਹਿਬ ਜੀ ਧਰ ਅਵਤਾਰ ਕਰਹਿ ਦੁਖ ਖਾਪੋ। ਬਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਆ ਕੇ ਪਰਮੇਸ਼ਰ ਨੇ ਅਵਤਾਰ ਧਾਰਿਆ ਹੋਇਆ, ਅਵਤਾਰ ਧਾਰ ਕੇ ਦੁੱਖਾਂ ਨੂੰ ਨਾਸ ਕਰ ਰਹੇ ਹੈ। ਜੋ ਸਰਦਾ ਧਰ ਦਰਸ਼ਨ ਕਰਹਿ। ਜੋ ਵੀ ਸ਼ਰਧਾ ਧਾਰ ਕੇ ਰੱਖ ਕੇ ਮਹਾਰਾਜ ਦੇ ਦਰਸ਼ਨ ਕਰਦਾ ਹੈ। ਮੋਹ ਜਨਤ ਸੰਸੈ ਸਭ ਹਰਹਿ। ਉਹਦੇ ਜਿਹੜੇ ਮੋਹ ਨਾਲ ਪੈਦਾ ਹੋਣ ਵਾਲੇ ਸੰਸੇ ਸਭ ਨਾਸ ਹੋ ਜਾਂਦੇ ਹਨ। ਜੇ ਕੋ ਸੀਖ ਆਨ ਕਰ ਲਈ। ਜੇ ਕੋਈ ਸਿੱਖਿਆ ਆਣ ਕੇ ਮਹਾਰਾਜ ਜੀ ਦੇ ਪਾਸ ਆ ਕੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਕੀ ਸਿੱਖਿਆ ਲੈਂਦਾ ਹੈ। ਬਚਨ ਸੁਨਤ ਭ੍ਰਮ ਕੋ ਤਜ ਦੇਈ। ਉਹ ਮਹਾਰਾਜ ਜੀ ਦੇ ਬਚਨ ਸੁਣਦਾ ਹੈ, ਸੁਣ ਕੇ ਸਾਰੇ ਭਰਮ ਭੁਲੇਖੇ ਆਪਣੇ ਦੂਰ ਕਰ ਦਿੰਦਾ, ਛੱਡ ਦਿੰਦਾ ਹੈ। ਅਸ ਪ੍ਰਕਾਰ ਬੀਤਾ ਇਕ ਮਾਸਾ। ਇਸ ਤਰ੍ਹਾਂ ਮਹਾਰਾਜ ਜੀ ਨੂੰ ਦਾਨ ਪੁੰਨ ਕਰਦਿਆਂ 1 ਮਹੀਨਾ ਬੀਤ ਗਿਆ, ਲੰਘ ਗਿਆ। ਜਾਚਕ ਮੋਰਹਿ ਕੋ ਨਾ ਨਿਰਾਸਾ। ਮਹਾਰਾਜ ਜੀ ਕਿਸੇ ਵੀ ਚਾਚਕ ਮੰਗਤੇ ਨੂੰ ਨਿਰਾਸ਼ਾ ਨਹੀਂ ਮੋੜਦੇ, ਖਾਲੀ ਨਹੀਂ ਮੋੜਦੇ ਸੱਚੇ ਪਾਤਸ਼ਾਹ ਜੀ। ਹਿਰਦੇ ਨਾਨਕੀ ਕੀਨ ਵਿਚਾਰਾ। ਮਿੱਤਰ ਭੈਣ ਨਾਨਕੀ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ। ਭਰਾਤ ਭਾਰ ਜਾਏ ਅਗਾਰਾ। ਭਰਾਤ ਦੀ ਭਾਰਜਾ ਪਤਨੀ ਭਾਵ ਭਰਜਾਈ ਹੈ, ਹੁਣ ਕਿਸੇ ਤਰ੍ਹਾਂ ਉਹ ਘਰ ਵਿੱਚ ਆ ਜਾਏ। ਸਭੈ ਸੰਭਾਰਨ ਸਾਂਭੈ ਸੋ। ਜਿਹੜਾ ਸਾਰਾ ਘਰ ਦਾ ਕੰਮ ਕਾਜ ਹੈ, ਸਾਜੋ ਸਮਾਨ ਹੈ, ਵੀ ਜਿਵੇਂ ਆਪਣੇ ਘਰ ਦਾ ਸਾਜੋ ਸਮਾਨ ਸੰਭਾਲੀਦਾ, ਉਹ ਸਾਰਾ ਹੀ ਆ ਕੇ ਸਾਂਭੇ। ਤਿਹ ਬਿਨ ਘਰ ਕੀ ਰੀਤ ਨਾ ਕੋ। ਕਿਉਂਕਿ ਉਹਨਾਂ ਦੇ ਬਿਨਾਂ ਜਿਹੜੀ ਘਰ ਦੀ ਰੀਤੀ ਮਰਿਆਦਾ ਕੋਈ ਹੋ ਨਹੀਂ ਸਕਦੀ, ਕੀਤੀ ਨਹੀਂ ਜਾ ਸਕਦੀ। ਜੋ ਪਤਨੀ ਦਾ ਧਰਮ ਹੈ, ਜੋ ਪਤਨੀ ਕਰ ਸਕਦੀ, ਉਹ ਪਤਨੀ ਹੀ ਕਰ ਸਕਦੀ ਹੈ। ਯਾ ਬਿਦ ਕਰ ਔਰ ਕੀ ਅਬਿਲਾਖਾ। ਇਸ ਤਰ੍ਹਾਂ ਹਿਰਦੇ ਵਿੱਚ ਇਸ ਤਰ੍ਹਾਂ ਦੀ ਹਿਰਦੇ ਦੀ ਇੱਛਾ ਚਾਹਨਾ ਕਰਕੇ ਪਤ ਕੇ ਨਿਕਟ ਬਚਨ ਪੁਨ ਭਾਖਾ। ਆਪਣੇ ਪਤੀ ਜੈ ਰਾਮ ਦੇ ਕੋਲ ਭੈਣ ਨਾਨਕੀ ਜੀ ਨੇ ਬਚਨ ਕਿਹਾ। ਨੇਗ ਯੋਗ ਕੋ ਦੇਹੋ ਪਠਾਈ। ਕਿਹਾ ਹੈ ਕਿ ਪਤੀ ਜੀ ਜੋ ਨੇਗ ਜੋਗ, ਜੋ ਲਾਗੀ ਜੋਗ ਹੈ ਨਾ ਸਿਆਣਾ, ਉਹ ਤੁਸੀਂ ਭੇਜ ਦਿਓ ਸੋ ਪੱਖੋ ਕੇ ਰੰਧਾਵਾ ਬਟਾਲਾ ਵਿਖੇ। ਭਰਾਤ ਭਾਰ ਜਾ ਲੈਹੋ ਮੰਗਾਈ। ਜੋ ਸਾਡੇ ਭਰਾਤ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਜੋ ਪਤਨੀ ਸੁਲੱਖਣੀ ਭਾਵ ਮੇਰੀ ਜੋ ਭਰਜਾਈ ਹੈ, ਉਹਨਾਂ ਨੂੰ ਤੁਸੀਂ ਉੱਥੋਂ ਪੱਖੋ ਕੇ ਰੰਧਾਵਾ ਤੋਂ ਮੰਗਾ ਲਓ। ਸੁਨ ਜਰਾਮ ਤਬ ਮਨੁਜ ਬੁਲਾਏ। ਸੁਣ ਕੇ ਭਾਈਆ ਜੈ ਰਾਮ ਜੀ ਨੇ ਤਦੋਂ ਇੱਕ ਸਿਆਣੇ ਲਾਗੀ ਨੂੰ ਬੁਲਾਇਆ ਪਾਸ। ਭਲੀ ਰੀਤ ਸੋ ਤਹ ਪਧਰਾਏ। ਚੰਗੀ ਰੀਤੀ ਨਾਲ ਉਹਨਾਂ ਨੂੰ ਜਿਹੜਾ ਮਾਤਾ ਸੁਲੱਖਣੀ ਜੀ ਨੂੰ ਲੈਣ ਵਾਸਤੇ ਭੇਜਿਆ ਪੱਖੋ ਕੇ ਰੰਧਾਵਾ ਵੱਲ ਨਗਰ ਨੂੰ। ਮੂਲ ਚੰਦ ਕੋ ਸਦਨ ਸੁਹਾਵਾ। ਜਿੱਥੇ ਸਤਿਗੁਰ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਦਾ ਘਰ ਸੋਭਨੀਕ ਹੈ। ਪਹੁੰਚੇ ਜਾਏ ਸੰਦੇਸ਼ ਸੁਨਾਵਾ। ਇਹ ਲਾਗੀ ਜਿਹੜੇ ਆ ਉੱਥੇ ਜਾ ਪਹੁੰਚੇ ਹੈ, ਤੇ ਜੋ ਮਾਤਾ ਸੁਲੱਖਣੀ ਦੇ ਸੰਬੰਧ ਵਿੱਚ ਬੇਬੇ ਨਾਨਕੀ ਜੀ ਨੇ ਭਾਈਆ ਜੈ ਰਾਮ ਜੀ ਨੇ ਸੁਨੇਹਾ ਭੇਜਿਆ, ਉਹ ਸਾਰਾ ਹੀ ਸੁਨੇਹਾ ਸੁਣਾ ਦਿੱਤਾ ਹੈ। ਘਰ ਵਿਚਾਰ ਤਬ ਚੰਦੋ ਭਾਗੀ। ਐਵੇਂ ਵਿਚਾਰ ਕਰਕੇ ਉਹਨਾਂ ਲਾਗੀਆਂ ਦੇ ਨਾਲ ਤੇ ਆਪਣੇ ਪਤੀ ਮੂਲ ਚੰਦ ਨਾਲ ਵੀ ਵਿਚਾਰ ਕਰਕੇ ਮਾਤਾ ਚੰਦੋ ਰਾਣੀ ਜੋ ਗੁਰੂ ਜੀ ਦੀ ਸੱਸ ਸੀ,
ਉਹ ਫਿਰ ਭੱਜੀ ਐ ਪੁੱਤਰੀ ਵੱਲ। ਸੁਤਾ ਸਨੇਹ ਵਿਖੈ ਅਨੁਰਾਗੀ। ਆਪਣੀ ਸੁਪੁੱਤਰੀ ਸੁਲੱਖਣੀ ਦੇ ਸਨੇਹ ਮੋਹ ਪ੍ਰੇਮ ਵਿੱਚ ਬੜੀ ਅਨੁਰਾਗੀ ਪ੍ਰੇਮੀ ਪਿਆਰੀ ਹੋ ਗਈ। ਵਡ ਭਾਗਨ ਕੀ ਕੀਨੀ ਜੋ ਤਿਆਰੀ। ਵੱਡਿਆਂ ਭਾਗਾਂ ਵਾਲੇ ਮਾਤਾ ਸੁਲੱਖਣੀ ਜੀ ਹੈ, ਉਹਨਾਂ ਦੀ ਸਭ ਤਰ੍ਹਾਂ ਨਾਲ ਤਿਆਰੀ ਕੀਤੀ ਹੈ ਗੁਰੂ ਕੇ ਸੱਸ ਸਹੁਰਾ ਜੀ ਨੇ। ਦੀਨੀ ਸੰਗ ਸੋਜ ਤਿਨ ਭਾਰੀ। ਨਾਲ ਜਿਹੜੀ ਭਾਰੀ ਸਮੱਗਰੀ ਦਿੱਤੀ ਹੈ ਨਾਲ ਖੜਨ ਵਾਸਤੇ, ਕੁਝ ਰਸਤਾਂ ਬਸਤਾਂ ਜਿਵੇਂ ਮਾਂ ਪਿਓ ਦਿੰਦੇ ਹੁੰਦੇ ਆਪਣੀ ਧੀਆਂ ਨੂੰ, ਉਸੇ ਤਰ੍ਹਾਂ ਸਭ ਤਰ੍ਹਾਂ ਨਾਲ ਸਮੱਗਰੀ ਦਿੱਤੀ ਹੈ ਬਹੁਤੀ ਬਹੁਤੀ। ਦੇਵੀ ਰੂਪ ਸੁਲੱਖਣੀ ਨਾਮਾ। ਮਾਤਾ ਸੁਲੱਖਣੀ ਜਿਨ੍ਹਾਂ ਦਾ ਨਾਮ ਹੈ ਉਹ ਦੇਵੀ ਰੂਪ ਹਨ। ਚੜ ਡੇਰੋ ਗਮਨੀ ਅਬਰਾਮਾ। ਡੇਰੋ ਨੇ ਡੋਰੇ, ਚੜ ਡੋਰੇ। ਇਹ ਮਾਤਾ ਜੀ ਨੂੰ ਮੱਥਾ ਟੇਕ ਕੇ, ਪਿਤਾ ਜੀ ਨੂੰ ਮੱਥਾ ਟੇਕ ਕੇ ਡੋਲੇ ਵਿੱਚ ਚੜ੍ਹ ਕੇ ਤੇ ਸੋਹਣੇ ਰਸਤੇ ਤੇ ਮਾਤਾ ਜੀ ਚੱਲ ਪਏ। ਦਾਸੀ ਸੰਗ ਲਏ ਪੁਰ ਆਈ। ਦਾਸੀ ਇੱਕ ਨਾਲ ਲਈ ਹੈ ਤੇ ਸੁਲਤਾਨਪੁਰ ਆ ਗਏ ਹਨ। ਚਰਨ ਨਾਨਕੀ ਕੇ ਲਪਟਾਈ। ਆਉਂਦੇ ਭੈਣ ਨਾਨਕੀ ਦੇ ਚਰਨਾਂ ਤੇ ਮਾਤਾ ਸੁਲੱਖਣੀ ਜੀ ਲੱਗ ਗਏ। ਦੀਨ ਆਸਿਖਾ ਕਰ ਸਨਮਾਨਾ। ਭੈਣ ਨਾਨਕੀ ਜੀ ਵੱਡੇ ਵੀ ਹੈ, ਬਹੁਤ ਭਗਤ ਵੀ ਹਨ, ਬੜਾ ਸਨਮਾਨ ਕੀਤਾ ਤੇ ਅਸੀਸ ਦਿੱਤੀ ਆਪਣੇ ਵੱਲੋਂ। ਸਦਨ ਬਸਾਈ ਜੋ ਸ਼ੁਭ ਥਾਨਾ। ਜੋ ਚੰਗਾ ਸਥਾਨ ਹੈ ਘਰ ਵਿੱਚ, ਸੋਹਣਾ ਮਕਾਨ, ਉਸ ਘਰ ਵਿੱਚ ਮਾਤਾ ਜੀ ਨੂੰ ਬਿਠਾਇਆ ਹੈ। ਕੇਤਕ ਦਿਵਸ ਬਿਤਾਏ ਤਹਵਾ। ਕੁਝ ਕੁ ਦਿਨ ਉਸੇ ਮਕਾਨ ਵਿੱਚ ਹੀ ਬਿਤਾਏ ਮਾਤਾ ਜੀ ਨੇ। ਹੁਤੋ ਨਿਕੇਤ ਨਾਨਕੀ ਜਹਵਾ। ਜਿਸ ਘਰ ਦੇ ਵਿੱਚ ਮਾਤਾ ਨਾਨਕੀ ਜੀ ਵੀ ਰਹਿੰਦੇ ਸਨ। ਬਹੁਰ ਨਿਰਾਰਾ ਹਰਮ ਬਨਾਵਾ। ਫਿਰ ਮਾਤਾ ਜੀ ਨੇ ਸੋਚ ਵਿਚਾਰ ਕੇ ਵੀ ਘਰ ਵੱਖਰਾ ਚਾਹੀਦਾ ਹੈ, ਭਰਾ ਜੀ ਦਾ ਵੀ ਬਣਾਉਣਾ, ਤੇ ਸੋਹਣਾ ਜਿਹੜਾ ਘਰ ਹੈ ਨਾ ਉਹ ਬਣਾਇਆ ਹੈ। ਹੁਤੋ ਸਰਬ ਰਤਨ ਮਹਿ ਸੁਭਗ ਸੁਹਾਵਾ। ਫਿਰ ਸੋਹਣਾ ਵੱਖਰਾ ਘਰ ਬਣਾਇਆ ਜੋ ਸਾਰੀਆਂ ਰਿਤਾਂ ਵਿੱਚ ਹੀ ਸੁਭਗ ਸੁੱਤੇ ਸਿੱਧੀ ਚੰਗਾ ਹੀ ਸੋਭਨੀਕ ਹੈ। ਭਾਵ ਗਰਮੀ ਵਿੱਚ ਇਹ ਨਹੀਂ ਵੀ ਗਰਮੀ ਲੱਗੀ ਜਾਏ ਉਹਦੇ ਕਮਰਿਆਂ ਵਿੱਚ, ਸਿਆਲ ਵਿੱਚ ਜਿਹੜਾ ਹੈ ਉਹ ਠੰਡ ਲੱਗੀ ਜਾਏ। ਜਿਵੇਂ ਕਈ ਮਕਾਨ ਬਣੇ ਹੁੰਦੇ ਸਿਆਲ ਵਿੱਚ ਨਿੱਘੇ ਹੋ ਜਾਂਦੇ ਹੈ ਤੇ ਗਰਮੀਆਂ ਵਿੱਚ ਠੰਡੇ ਜਿਹੇ ਹੋ ਜਾਂਦੇ, ਐਵੇਂ ਸਾਰੀਆਂ ਰੁੱਤਾਂ ਵਿੱਚ ਜੋ ਬੜਾ ਚੰਗਾ ਹੀ ਸੋਭਨੀਕ ਘਰ ਉਹ ਬਣਾਇਆ ਹੈ ਭੈਣ ਨਾਨਕੀ ਜੀ ਨੇ। ਭਾਂਜਨ ਆਦ ਸੋਜ ਜੋ ਚਹੀਆ। ਭਾਂਡੇ ਤੋਂ ਲੈ ਕੇ ਤੇ ਆਦਿਕ ਜਿੰਨੀ ਘਰ ਵਿੱਚ ਸਮੱਗਰੀ ਚਾਹੀਦੀ ਹੁੰਦੀ ਗ੍ਰਸਤੀ ਨੂੰ, ਸਭ ਅਨਵਾਏ ਧਰੀ ਘਰ ਮਹੀਆ। ਸੇਵਕਾਂ ਨੂੰ ਭੇਜ ਕੇ ਸਾਰੀਆਂ ਮੰਗਵਾ ਕਰਕੇ ਘਰ ਵਿੱਚ ਰੱਖੀਆਂ ਹਨ। ਸਰਪੀ ਸਿਤਾ ਅੰਨ ਜੋ ਨੀਕੇ। ਸਰਪੀ ਘਿਓ, ਸਿਤਾ ਖੰਡ, ਇਸੇ ਤਰ੍ਹਾਂ ਜੋ ਚੰਗਾ ਅੰਨ ਹੈ। ਆਨ ਧਰੇ ਸਭ ਭਾਵਤ ਜੀ ਕੇ। ਜਿਹਨੂੰ ਭਾਉਣ ਵਾਲਾ, ਚੰਗਾ ਲੱਗਣ ਵਾਲਾ, ਮਨ ਭਾਉਂਦਾ ਹੈ, ਭਾਵ ਖੁੱਲਾ ਡੁੱਲਾ ਘਰ ਵਿੱਚ ਲਿਆ ਕੇ ਰੱਖ ਦਿੱਤਾ ਹੈ। ਕੰਚਨ ਭੂਖਨ ਨਗ ਜਟੇ ਪਹਿਰਾਏ। ਨਹੀਂ ਦੋਹਰਾ। ਕੰਚਨ ਭੂਖਨ ਨਗ ਜਟੇ। ਕੰਚਨ ਸੋਨੇ ਦੇ ਜਿਹੜੇ ਗਹਿਣੇ ਜਿਨ੍ਹਾਂ ਵਿੱਚ ਨਗ ਜੜੇ ਹੋਏ ਹੈ। ਪਹਿਰਾਏ ਕਰਵਾਏ। ਕਢਵਾ ਕੇ ਮਾਤਾ ਸੁਲੱਖਣੀ ਜੀ ਨੂੰ ਪਹਿਰਾਏ ਹੈ ਭਰਜਾਈ ਜਾਣ ਕੇ। ਹਰਖੀ ਔਰ ਬਹੁ ਨਾਨਕੀ। ਇਹ ਭੈਣ ਨਾਨਕੀ ਜੀ ਦੇ ਵਿੱਚ ਬਹੁਤ ਖੁਸ਼ ਹੋਏ ਹੈ। ਭਰਾਤਾ ਭਵਨ ਬਸਾਏ। ਆਪਣੇ ਭਰਾਤਾ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਘਰ ਵਸਾ ਕੇ ਵੀ ਚਲੋ ਇਹਨਾਂ ਦਾ ਵੀ ਘਰ ਬਣ ਗਿਆ ਹੈ। ਭੈਣ ਨਾਨਕੀ ਜੀ ਨੇ ਸਭ ਬਣਵਾਇਆ ਤੇ ਬੜੇ ਖੁਸ਼ ਹੋਏ ਹੈ। ਚੌਪਈ ਕਮਲ ਬਦਨ ਨਿਜ ਸਾਧਨ ਨਾ। ਕਮਲ ਬਦਨ ਨਿਜ ਸਾਧਨ ਨਾ ਆਵਹਿ। ਕਮਲ ਵਰਗੇ ਮੁਖ ਵਾਲੇ ਸਤਿਗੁਰੂ ਇੱਧਰ
ਘਰ ਵਿੱਚ ਹੀ ਨਹੀਂ ਆਉਂਦੇ ਹਨ, ਹਟਦੇ ਹੀ ਰਹਿੰਦੇ ਹੈ। ਆਪਨ ਪਰ ਨਿਸ ਦਿਵਸ ਬਿਤਾਵਹਿ। ਆਪਣੇ ਹੱਟ ਉੱਪਰ ਹੀ ਰਾਤ ਹੋਵੇ ਦਿਨ ਹੋਵੇ ਲੰਘਾ ਦਿੰਦੇ ਬਤਾਉਂਦੇ ਮਹਾਰਾਜ। ਜੇ ਕਬ ਆਵਹਿ ਦੀਨਨ ਨਾਥਾ। ਦੀਨਾਂ ਗਰੀਬਾਂ ਦੇ ਮਾਲਕ ਜੇ ਕਦੇ ਘਰ ਆਉਂਦੇ ਵੀ ਹੈ। ਭਨਤ ਨਾ ਬਚਨ ਸੁਲਖਣੀ ਸਾਥਾ। ਮਾਤਾ ਸੁਲੱਖਣੀ ਜੀ ਨਾਲ ਕੋਈ ਬਚਨ ਹੀ ਨਹੀਂ ਕਹਿੰਦੇ, ਬੋਲਦੇ ਹੀ ਨਹੀਂ ਹੈ ਗੁਰੂ ਮਹਾਰਾਜ। ਕਿੰਚਤ ਪਰੀਤ ਨਾ ਚਿਤ ਤੇ ਕਰਈ। ਥੋੜੀ ਮਾਤਰ ਵੀ ਜਿਹੜੀ ਪ੍ਰੀਤੀ ਨਾ ਚਿੱਤ ਤੋਂ ਕਰਦੇ ਨਹੀਂ। ਜਿਵੇਂ ਆ ਕੋਈ ਗ੍ਰਸਤੀ ਘਰ ਆ ਕੇ ਉਹ ਸਿਫਲੀਆਂ ਜੀ ਗੱਲਾਂ ਮਾਰਦੇ ਨਾ, ਸੱਚੇ ਪਾਤਸ਼ਾਹ ਕੋਈ ਪ੍ਰੀਤੀ ਨਹੀਂ ਕਰਦੇ, ਕੋਈ ਬਚਨ ਵਿਲਾਸ ਨਹੀਂ ਕਰਦੇ ਮੌਜ ਦੇ ਮਾਲਕ। ਆਨ ਦਰਬ ਕਛ ਧਾਮ ਨਾ ਧਰਈ। ਮੋਦੀ ਖਾਨੇ ਦੇ ਵਿੱਚ ਤੇ ਗਾਹਕਾਂ ਦੀ ਤੇ ਭੀੜ ਲੱਗੀ ਰਹਿੰਦੀ ਹੈ, ਗਰੀਬਾਂ ਨਾਥਾਂ ਗਰੀਬ ਗੁਰਬੇ ਸੰਤਾਂ ਮਹਾਤਮਾ ਦੀ, ਪਰ ਉੱਥੋਂ ਜਿਹੜਾ ਪੈਸਾ ਲਿਆ ਕੇ ਘਰ ਵਿੱਚ ਮਹਾਰਾਜ ਇੱਕ ਨਹੀਂ ਰੱਖਦੇ, ਲਿਆਉਂਦੇ ਹੀ ਨਹੀਂ ਹੈ ਕੁਝ। ਦੀਨਨ ਦੇਨੋ ਦਾਨ ਦਨਾਈ। ਗਰੀਬਾਂ ਨੂੰ ਦਾਨ ਦੇਣਾ ਇਹ ਤੇ ਸਤਿਗੁਰ ਜੀ ਦੀ ਸਿਆਣਪ ਦਾਈ ਬੜੀ ਤਗੜੀ। ਕਰ ਦੁਕਾਨ ਜਗ ਰੀਤ ਜੋ ਚਲਾਈ। ਗਰੀਬਾਂ ਨੂੰ ਦਾਨ ਦੇਣ ਵਿੱਚ ਬੜੇ ਦਾਨਾਈ ਦਾਨੇ ਚਤੁਰ ਹਨ, ਤੇ ਜਿਨ੍ਹਾਂ ਸਤਿਗੁਰਾਂ ਨੇ ਸੰਸਾਰ ਵਿੱਚ ਹੱਟ ਜੀ ਤਿਆਰ ਕਰਕੇ ਕਾਇਮ ਕਰਕੇ ਦਾਨ ਦੇਣ ਦੀ ਰੀਤੀ ਚਲਾਈ ਹੋਈ, ਵੀ ਦਾਨ ਦੇਣ ਦਾ ਇੱਕ ਢੰਗ ਹੀ ਮਹਾਰਾਜ ਜੀ ਨੇ ਬਣਾਇਆ ਹੋਇਆ ਸੀ। ਲੇਤ ਭੂਰ ਨਿਤ ਭੀਰ ਪਵੰਤਾ। ਬਹੁਤ ਜਿਹੜੀ ਭੀੜ ਆਉਂਦੀ ਹੈ ਆ ਕੇ ਹਮੇਸ਼ਾ ਉੱਥੋਂ ਲੈਂਦੇ ਆ ਖੁੱਲਾ ਡੁੱਲਾ ਦਾਨ। ਦੇਹ ਨਿਰਾਲਸ ਸ੍ਰੀ ਜਗ ਕੰਤਾ। ਸੋਭਾ ਵਾਲੇ ਸਤਿਗੁਰੂ ਜਗਤ ਦੇ ਮਾਲਕ ਨਿਰਾਲਸ, ਆਲਸ ਤੋਂ ਰਹਿਤ ਭਾਵ ਉਦਮ ਨਾਲ ਦੇਈ ਜਾਂਦੇ ਆ, ਰਾਤ ਦਿਨ ਹੀ ਖੁੱਲਾ ਡੁੱਲਾ ਦਾਨ। ਕੋ ਬਿਲੋਕ ਨਰ ਕੀਰਤ ਕਰਹੀ। ਕੁਝ ਕੁ ਲੋਕ ਜਿਹੜੇ ਸਿਆਣੇ ਐ ਬੁੱਧੀ ਵਾਲੇ ਉਹ ਮਹਾਰਾਜ ਜੀ ਦੀ ਵਡਿਆਈ ਦੇਖ ਕੇ ਬੜੀ ਆਪ ਮਹਿਮਾ ਸਿਫਤ ਕਰਦੇ ਹੈ। ਕੋ ਇੱਕ ਹਿਰਦੈ ਅਸੂਇਆ ਧਰਹੀ। ਉਹ ਇੱਕ ਤੇ ਇਹੋ ਜਿਹੇ ਜਿਹੜੇ ਹਿਰਦੇ ਵਿੱਚ ਈਰਖਾ ਧਰੀ ਜਾਂਦੇ, ਸੜੀ ਮੱਚੀ ਜਾਂਦੇ, ਅੱਗ ਉਹਨਾਂ ਨੂੰ ਲੱਗੀ ਜਾਂਦੀ ਹੈ। ਦੋਹਰਾ ਸੁਨ ਪਿਖ ਖਿਜਹਿ ਸੁਲਖਣੀ। ਸੁਣ ਕਰਕੇ ਮਾਤਾ ਜੀ ਐਵੇਂ ਕੋਈ ਆ ਜਾਂਦੇ ਸੁਣਾਉਣ ਵਾਲੇ ਵੀ ਮਹਾਰਾਜ ਤੇ ਇੱਥੇ ਭੀੜ ਲੱਗੀ ਰਹਿੰਦੀ ਹੈ, ਖੁੱਲਾ ਡੁੱਲਾ ਦੇਈ ਜਾਂਦੇ ਹਨ। ਘਰ ਵੀ ਕੁਝ ਲਿਆਉਂਦੇ ਕਿ ਨਹੀਂ ਲਿਆਉਂਦੇ। ਐਵੇਂ ਸਤਿਗੁਰੂ ਮਹਾਰਾਜ ਜੀ ਦੇ ਸੰਬੰਧ ਵਿੱਚ ਕਹਿੰਦੇ ਆ, ਮਾਤਾ ਸੁਲੱਖਣੀ ਜੀ ਸੁਣ ਕੇ ਫਿਰ ਕਦੀ ਕਦੀ ਆਪ ਜਾ ਕੇ ਵੇਖ ਲੈਂਦੇ ਆ, ਸੁਣ ਕੇ ਵੇਖ ਕੇ ਮਾਤਾ ਸੁਲੱਖਣੀ ਜੀ ਬੜਾ ਖਿੱਝਦੇ ਆ, ਗੁੱਸੇ ਜਿਹੇ 'ਚ ਆਉਂਦੇ ਹਨ। ਅਸ ਪ੍ਰਕਾਰ ਵਿਵਹਾਰ। ਮਹਾਰਾਜ ਜੀ ਦਾ ਇਸ ਤਰ੍ਹਾਂ ਦਾ ਵਿਹਾਰ ਲੈਣ ਦੇਣ ਦੇ ਕੇ ਵੀ ਇਹ ਤੇ ਖੁੱਲਾ ਡੁੱਲਾ ਭਾਰੀ ਦੇਈ ਜਾਂਦੇ ਹਨ। ਘਰ ਕੀ ਪੀਰ ਨਾ ਜਾਣਈ। ਇਹ ਵਿਚਾਰਦੇ ਵੀ ਵੇਖੋ ਘਰ ਦੀ ਪੀੜਾ ਤੇ ਜਾਣਦੇ ਨਹੀਂ ਵੀ ਘਰ ਵੀ ਬੜੀ ਜ਼ਰੂਰਤ ਹੈ। ਬਾਹਰ ਬਣਿਆ ਉਦਾਰ। ਤੇ ਬਾਹਰੇ ਮੇਰੇ ਮਾਲਕ ਬੜੇ ਉਦਾਰ ਚਿੱਤ ਸਖੀ ਦਾਤੇ ਵੱਡੇ ਦਾਤੇ ਬਣੇ ਹੋਏ ਐ, ਘਰ ਦੀ ਇਹਨਾਂ ਨੂੰ ਕੋਈ ਖਬਰਸਾਰ ਨਹੀਂ ਹੈ। ਚੌਪਈ ਰਾਖਾਂ ਦਰਬ ਨਾ ਖੋਏ ਅਕਾਜੂ। ਤੇ ਵੇਖੋ ਵੀ ਦਰਬ ਪੈਸਾ ਰੱਖਦੇ ਨਹੀਂ ਐ, ਐਵੇਂ ਬਿਨਾਂ ਕੰਮ ਤੋਂ ਗਵਾਈ ਜਾਂਦੇ, ਨਾਸ ਕਰੀ ਜਾਂਦੇ ਹਨ। ਸਦਾ ਮੂਲ ਜੋ ਗ੍ਰਸਤ ਸਮਾਜੂ। ਜੋ ਵੀ ਧਨ ਗ੍ਰਸਤ ਦੇ ਵਿੱਚ ਸਾਜੋ ਸਮਾਨ ਲਈ ਸਦਾ ਹਮੇਸ਼ਾ ਮੂਲ ਮੁੱਢ ਕਾਰਨੀ ਹੈ ਧਨ। ਘਰ ਕੇ ਖਰਚ ਅਨੇਕ ਬਿਧ ਹੋਏ। ਘਰ ਦੇ ਜਿਹੜੇ ਖਰਚ ਅਨੇਕਾਂ ਤਰ੍ਹਾਂ ਦੇ ਗ੍ਰਸਤੀਆਂ ਨੂੰ ਹੁੰਦੇ ਹਨ। ਦਰਬ ਪਾਸ ਤੇ ਪੂਜਹਿ ਸੋਏ। ਜੇ ਉਹ ਗ੍ਰਸਤੀ ਕੋ ਮਨੁੱਖ ਕੋ ਪੈਸਾ ਕੋਲ ਹੋਵੇ ਤੇ ਉਹ ਜਿਹੜਾ ਹੈ ਆਪਣੇ ਸਾਰੇ ਕੰਮ ਪੂਰੇ ਕਰ ਲੈਂਦਾ ਹੈ। ਇਨਕੇ ਮਨ ਇਹ ਬਾਤ ਨਾ ਕਾਈ। ਇਹ ਮੇਰੇ ਮਾਲਕ ਜਿਹੜੇ ਐ ਇਹਨਾਂ ਦੇ ਮਨ ਵਿੱਚ ਤਾਂ ਕੋਈ ਗੱਲਬਾਤ ਹੀ ਨਹੀਂ ਇਹੋ ਜਿਹੀ ਵੀ ਪੈਸੇ ਦੀ ਜ਼ਰੂਰਤ ਰਹਿੰਦੀ ਮਨੁੱਖ ਨੂੰ ਘਰ। ਜੋ ਆਵਤ ਸਭ ਦੇਤ ਲੁਟਾਈ। ਜੋ ਆਉਂਦਾ ਸਭ ਜਿਹੜਾ ਲੁਟਾਈ ਜਾਂਦੇ ਲੁਟਾਈ ਦਿੰਦੇ ਹਨ। ਧਨ ਰਾਖਨ ਨਿਜ ਔਰ ਨਾ ਵਿਚਾਰਾ। ਘਰ ਧਨ ਰੱਖ ਲਈਏ, ਜ਼ਰੂਰਤ ਪਏਗੀ, ਗ੍ਰਸਤੀਆਂ ਬਾਲ ਬੱਚੇ ਹੋਣੇ ਐ, ਇਵੇਂ ਧਨ ਰੱਖਣ ਦੀ ਤੇ
ਹਿਰਦੇ ਵਿੱਚ ਇਹਨਾਂ ਦੇ ਵਿਚਾਰੀ ਕੋਈ ਨਹੀਂ ਆਪਣੇ। ਅਵਰ ਨਵਰ ਜਹ ਭੇ ਅਨੁਸਾਰਾ। ਵੇਖ ਮਾਤਾ ਜੀ ਵਿਚਾਰਦੇ, ਵੇਖ ਲੋ ਵੀ ਇਹਨਾਂ ਨੂੰ ਭਾਈ ਬਾਲਾ, ਭਾਈਆ ਜੈ ਰਾਮ ਹੈ, ਮਾਤਾ ਭੈਣ ਸੁਲੱਖਣੀ ਹੈ, ਨਨਾਣ, ਇਹ ਸਾਰੇ ਕੋਈ ਨਹੀਂ ਵਰਜਦੇ ਐ, ਸਾਰੇ ਇਹਨਾਂ ਦੇ ਅਨੁਸਾਰ ਹੀ, ਇਹਨਾਂ ਦੀ ਆਗਿਆ ਵਿੱਚ ਹੀ ਰਹਿੰਦੇ, ਵੀ ਕੋਈ ਇਹਨਾਂ ਨੂੰ ਸਮਝਾਵੇ ਬੁਝਾਵੇ ਹੀ। ਸਦਾ ਗਿਨਤ ਗਿਣਤੀ ਇਸ ਭਾਂਤੀ। ਇਸ ਤਰ੍ਹਾਂ ਮਾਤਾ ਜੀ ਤੇ ਹਮੇਸ਼ਾ ਗਿਣਤੀਆਂ ਗਿਣਦੇ ਰਹਿੰਦੇ ਆ ਰਾਤ ਦਿਨ। ਹਿਰਦੇ ਦੁਖਤ ਰਹਿਤ ਦਿਨ ਰਾਤੀ। ਦਿਨ ਰਾਤ ਹਿਰਦੇ ਵਿੱਚ ਦੁਖਦੇ ਹੀ ਰਹਿੰਦੇ, ਗੁੱਸਾ ਆਉਂਦਾ ਰਹਿੰਦਾ, ਵਾਹ ਪੇਸ਼ ਚੱਲਦੀ ਕੋਈ ਨਹੀਂ ਮਹਾਰਾਜ ਦੇ ਅੱਗੇ। ਕਬ ਕਬ ਆਏ ਨਾਨਕੀ ਪਾਸਾ। ਕਦੀ ਕਦੀ ਜਿਹੜਾ ਭੈਣ ਨਾਨਕੀ ਜੀ ਦੇ ਪਾਸ ਆ ਜਾਂਦੇ ਆ ਮਾਤਾ ਜੀ। ਕਹਾ ਰੋਸ ਸੋ ਨਿਜ ਦੁਖ ਰਾਸਾ। ਆਪਣਾ ਬਹੁਤਾ ਜਿਹੜਾ ਦੁੱਖ ਹੈ ਨਾ, ਗੁੱਸੇ ਵਿੱਚ ਆ ਕੇ ਕਹਿੰਦੇ ਆ ਭੈਣ ਨਾਨਕੀ ਜੀ ਨੂੰ। ਨਿਜ ਭਰਾਤਾ ਕੋ ਨਹ ਸਮਝਾਵਹ। ਵੇਖੋ ਨਨਾਣ ਜੀ, ਨਾਨਕੀ ਜੀ, ਤੁਸੀਂ ਆਪਣੇ ਭਰਾਤਾ ਗੁਰੂ ਨਾਨਕ ਸਾਹਿਬ ਜੀ ਨੂੰ ਕੁਝ ਸਮਝਾਉਂਦੇ ਬੁਝਾਉਂਦੇ ਨਹੀਂ ਹੋ। ਗ੍ਰਸਤ ਕਾਜ ਇਉ ਕਿਉ ਬਨ ਆਵਹ। ਯਾਰ ਵੀ ਦੱਸੋ ਨਾ, ਤੁਸੀਂ ਵੀ ਗ੍ਰਸਤੀ ਹੋ, ਮੈਂ ਵੀ ਗ੍ਰਸਤੀ ਹਾਂ, ਗ੍ਰਸਤੀਆਂ ਦਾ ਕੰਮ ਐਵੇਂ ਕਿਵੇਂ ਬਣ ਆਵੇਗਾ ਵੀ ਕੁਝ ਦੇਣਾ ਲੈਣਾ ਨਹੀਂ ਘਰ ਵਿੱਚ। ਆਨ ਸਾਧਨ ਨਹਿ ਬਦਨ ਦਿਖਾਵੈ। ਤੇ ਨਾ ਕਦੀ ਘਰ ਵਿੱਚ ਆ ਕੇ ਆਪਣਾ ਮੁਖੀ ਦਿਖਾਉਂਦੇ, ਰਾਤ ਹੋਵੇ ਦਿਨ ਹੋਵੇ ਹੱਟ ਚ ਹੀ ਲੰਘ ਜਾਂਦੀ ਉਹਨਾਂ ਦੀ। ਸਰਬ ਦਰਬ ਕੋ ਬਹਿਰ ਲੁਟਾਵੈ। ਸਾਰਾ ਜਿੰਨਾ ਵੀ ਧਨ ਹੈ ਉਹਨੂੰ ਵਾਰ-ਵਾਰ ਹੀ ਗਰੀਬਾਂ ਜੀ ਲੁਟਾ ਦਿੰਦੇ, ਉੱਥੇ ਦਾਨੀ ਬਣੇ ਹੋਏ ਬਹੁਤੇ। ਸੁਨ ਕਰ ਸ੍ਰੋਣ ਨਾਨਕੀ ਬਾਣੀ। ਸੁਣ ਕਰਕੇ ਕੰਨਾਂ ਵਿੱਚ ਭੈਣ ਨਾਨਕੀ ਮਾਤਾ ਸੁਲੱਖਣੀ ਜੀ ਦੇ ਬਾਣੀ ਬਚਨ। ਪਰਜਾਈ ਸਭ ਵਿਦ ਸਨਮਾਨੀ। ਜੋ ਆਪਣੀ ਭਰਜਾਈ ਹੈ ਤੇ ਉਹਦੀ ਸਭ ਤਰ੍ਹਾਂ ਨਾਲ ਜਿਹੜੀ ਬਾਣੀ ਦੀ ਸਨਮਾਨੀ ਹੈ, ਬਾਣੀ ਦਾ ਵੀ ਸਨਮਾਨ ਕੀਤਾ ਹੈ ਤੇ ਸਭ ਤਰ੍ਹਾਂ ਨਾਲ ਮਾਤਾ ਸੁਲੱਖਣੀ ਜੀ ਦਾ ਵੀ ਸਨਮਾਨ ਆਦਰ ਕੀਤਾ ਹੈ। ਮਦਰ ਬਚਨ ਸੋ ਸਿਖਵਨ ਦੀਨੀ। ਬੜੇ ਧੀਰਜ ਵਾਲੇ ਸਨ ਭੈਣ ਨਾਨਕੀ ਜੀ, ਮਿੱਠੇ ਬਚਨਾਂ ਨਾਲ ਮਿੱਠੇ ਪਿਆਰੇ ਬਚਨ ਕੀਤੇ ਤੇ ਸਿੱਖਿਆ ਦੇਣੀ ਕੀਤੀ ਹੈ। ਜਗਤ ਰੀਤ ਲਖ ਸਾਚੀ ਚੀਨੀ। ਮਾਤਾ ਸੁਲੱਖਣੀ ਜੀ ਤੋਂ ਸੁਣ ਕੇ ਸੰਸਾਰ ਦੀ ਰੀਤੀ ਜਾਣ ਕੇ ਫਿਰ ਜੋ ਕਹਿੰਦੀ ਠੀਕ ਕਹਿੰਦੀ ਹੈ, ਗੱਲਬਾਤ ਜੋ ਕਹੀ ਉਹ ਸੱਚੀ ਜਾਣੀ ਹੈ, ਵੀ ਠੀਕ ਕਹਿ ਰਹੀ ਹੈ। ਉਂਝ ਜਿਉ ਉਚਰਤ ਤਿਉ ਕਰੀਏ ਕਾਜੂ। ਫਿਰ ਵੀ ਇਹੀ ਕਿਹਾ ਭੈਣ ਨਾਨਕੀ ਜੀ ਨੇ ਵੀ ਵੇਖ ਭਰਜਾਈ ਸੁਲੱਖਣੀ, ਜਿਵੇਂ ਗੁਰੂ ਨਾਨਕ ਸਾਹਿਬ ਭਰਾਤਾ ਜੀ ਕਹਿੰਦੇ ਨਾ, ਉਸੇ ਤਰ੍ਹਾਂ ਤੂੰ ਕੰਮ ਕਰਿਆ ਕਰ। ਜਿਉ ਸੋ ਕਰਹਾ ਰਹੋ ਤਿਉ ਰਾਜੂ। ਜਿਵੇਂ ਉਹ ਕਰਦੇ ਉਵੇਂ ਤੂੰ ਰਾਜੀ ਖੁਸ਼ੀ ਰਹਿ, ਪ੍ਰਸੰਨ ਰਹਿ, ਕੋਈ ਸ਼ੰਕਾ ਸੰਸਾਰ ਦਾ ਕਰ ਪਤੀ ਉੱਪਰ। ਸਭ ਵਿਦ ਆਪ ਚਤਰ ਸੋ ਸਿਆਣਾ। ਕਿਉਂਕਿ ਮੇਰੇ ਭਰਾਤਾ ਗੁਰੂ ਨਾਨਕ ਸਾਹਿਬ ਸਭ ਤਰ੍ਹਾਂ ਨਾਲ ਚਤਰ ਤੇ ਬੜੇ ਸਿਆਣੇ ਐ। ਉਹ ਕਿਆ ਸਮਝਾਵੋ ਨਹੀਂ ਇਹ ਆਨਾ। ਕੀ ਸਮਝਾਈਏ ਉਹਨਾਂ ਨੂੰ, ਕੋਈ ਅਣਜਾਣ ਥੋੜੀ, ਬੇਸਮਝ ਥੋੜੀ ਹੈ, ਤੇ ਸਭ ਨੂੰ ਮਤ ਦੇਣ ਵਾਲੇ ਐ। ਕੋਈ ਅਣਜਾਣ ਹੋਵੇ ਤੇ ਮੈਂ ਸਮਝਾਵਾਂ, ਗੁਰੂ ਨਾਨਕ ਸਾਹਿਬ ਭਰਾ ਜੀ ਨੂੰ ਕੌਣ ਸਮਝਾਵੇ, ਉਹ ਤੇ ਸਭ ਰੱਬ ਕਲਾ ਗਿਆਤੇ ਹਨ, ਸਿਆਣੇ ਐ। ਪਤ ਤੇ ਤਜਹੁ ਜੋ ਮਤ ਪ੍ਰਤਕੂਲਾ। ਇਸ ਕਰਕੇ ਭਰਜਾਈ ਜਿਹੜੀ ਮਤ ਨਾ ਉਲਟੋ ਨਾ ਆਪਣੇ ਪਤੀ ਮਾਲਕ ਤੋਂ, ਉਹਨੂੰ ਤੁਸੀਂ ਛੱਡ ਦਿਓ। ਸਦਾ ਹਿਰਦੇ ਸੋ ਰਹੋ ਅਨਕੂਲਾ। ਸਦਾ ਹਿਰਦੇ ਵਿੱਚ ਉਹਨਾਂ ਦੇ ਅਨੁਕੂਲ ਅਨੁਸਾਰੀ ਹੋ ਕੇ ਰਹੋ ਆਪ। ਜੋ ਕੁਛ ਲਾਲਸ ਹੋਏ ਪਦਾਰਥ। ਬਾਕੀ ਜੋ ਵੀ ਕਿਸੇ ਪਦਾਰਥ ਦੀ ਤੁਹਾਨੂੰ ਲਾਲਸਾ ਇੱਛਾ ਚਾਹਨਾ ਹੋਏ, ਕਹਿ ਮੋਸੋਂ ਪੁਰਵੋਂ ਸਭ ਸਵਾਰਥ। ਤੁਸੀਂ ਮੇਰੇ ਭੈਣ ਨਾਲ ਕਹੋ ਤੇ ਉਹ ਮੈਂ ਤੁਹਾਡੀ ਸਭ ਤਰ੍ਹਾਂ ਨਾਲ ਪੂਰੀ ਕਰਾਂਗੇ। ਸਭ ਸਵਾਰਥ, ਸਭ ਮਤਲਬ, ਸਭ ਪਦਾਰਥ ਮੈਂ ਪੂਰੇ ਕਰਾਂਗੀ। ਜਾਨੋ ਭਲਾ ਕੰਤ ਅਨਸਾਰਾ। ਇਸ ਤਰ੍ਹਾਂ ਸੁਲੱਖਣੀ ਜੀ ਜਿਹੜੇ ਆਪਣੇ ਪਤੀ ਦੇ ਅਨੁਸਾਰੀ ਆਗਿਆ ਵਿੱਚ ਰਹਿਣਾ, ਇਹਦੇ ਵਿੱਚ ਤੂੰ ਭਲਾਈ ਜਾਣ ਆਪਣਾ। ਹੋਵੈ ਸਰਬ ਭਾਂਤ ਸੁਖ ਭਾਰਾ। ਜੇ ਤੂੰ ਆਪਣੇ ਪਤੀ ਦੀ ਆਗਿਆ ਵਿੱਚ ਰਹੇਂਗੀ ਤੇ ਸਭ ਤਰ੍ਹਾਂ ਨਾਲ ਤੈਨੂੰ ਭਾਰੀ ਸੁਖ ਹੋਵੇਗਾ। ਇਸੇ ਤਰ੍ਹਾਂ ਵੀ ਜਾਨੋ ਭਲਾ ਕੰਤ ਅਨਸਾਰਾ, ਵੀ ਜੋ ਕੰਤ ਮਾਲਕ ਹੈ ਨਾ, ਉਹਦੇ ਅਨੁਸਾਰ ਹੀ, ਆਪਣੇ ਪਤੀ ਦੇ ਅਨੁਸਾਰ ਹੀ ਜਿਹੜੀ ਪਤਨੀ ਰਹਿੰਦੀ ਹੈ, ਉਹਦਾ ਭਲਾ ਹੀ ਹੁੰਦਾ ਹੈ।
ਤੇ ਉਹ ਸਭ ਤਰ੍ਹਾਂ ਨਾਲ ਉਹਨੂੰ ਭਾਰੀ ਸੁੱਖ ਹੁੰਦਾ ਹੈ। ਬਸ ਇਹੀ ਕਹੇ ਜੋ ਕੁਛ ਕਰੇ ਸੋ ਭਲਾ ਕਰ ਮਾਨੀਐ। ਮధుਰ ਗਿਰਾ ਕੀ ਸੀਖ ਸੁਣੀ ਜਬ, ਐਵੇਂ ਜਦੋਂ ਮਿੱਠੀ ਬਾਣੀ ਦੀ, ਮਿੱਠੀ ਕੋਮਲ ਬਾਣੀ ਦੀ ਸਿੱਖਿਆ ਸੁਣੀ ਹੈ ਮਾਤਾ ਜੀ ਨੇ। ਤੂਸ਼ਨ ਭਈ ਸੁਲਖਣੀ ਮੁਖ ਤਬ, ਮਾਤਾ ਸੁਲੱਖਣੀ ਜੀ ਤਦੋਂ ਚੁੱਪ ਹੀ ਕਰ ਗਏ ਵੀ ਹੁਣ ਮੈਂ ਕੀ ਕਹਾਂ ਇਹਨਾਂ ਨੂੰ। ਦੋਹਰਾ ਸਦਨ ਗਈ ਪੁਨ ਆਪਨੇ, ਫਿਰ ਇਸ ਤਰ੍ਹਾਂ ਬਹਿ ਖਲੋ ਕੇ ਘੜੀ ਚੁੱਪ ਜੇ ਕਰ ਗਏ ਐ, ਗੱਲ ਬਾਤ ਵਿੱਚ ਕੋਈ ਕਹੀ ਨਹੀਂ। ਤੇ ਮਾਤਾ ਸੁਲੱਖਣੀ ਜੀ ਆਪਣੇ ਘਰ ਨੂੰ ਚਲੇ ਗਏ ਮੁਕਾਨ ਅੰਦਰ। ਮਨ ਸੰਚਿਤ ਨਿਤ ਹੋਏ, ਸੰਚਿਤ ਕਿੱਥੇ? ਮਨ ਸਚਿੰਤ ਨਿਤ ਹੋਏ, ਮਨ ਵਿੱਚ ਬਹੁਤ ਚਿੰਤਾ ਦੇ ਸਹਿਤ ਹੋ ਕੇ ਸਮਾਂ ਬਿਤਾਵਨ ਕਿਤਕ ਕਾ, ਮਨ ਸੰਚਿਤ ਨਿਤ ਹੋਏ ਵੀ ਹਮੇਸ਼ਾ ਮਨ ਵਿੱਚ ਸੁਚਿੰਤੀ ਹੋ ਕੇ ਰਹਿੰਦੇ ਆ। ਸਮਾਂ ਬਿਤਾਵਨ ਕਿਤਕ ਕਾ, ਤੱਕ ਕੀ ਕੁਝ ਕੁ ਜਿਹੜਾ ਕਿਤਨਾ ਕੁ ਸਮਾਂ ਇਸੇ ਤਰ੍ਹਾਂ ਲੰਘਾਉਣਾ ਕੀਤਾ ਹੈ। ਮੁਖ ਤੇ ਤੂਸ਼ਨ ਹੋਏ, ਮੁਖ ਤੋਂ ਚੁੱਪ ਹੋ ਕੇ ਵੀ ਚਲੋ ਜਿਵੇਂ ਕਰਦੇ ਉਸੇ ਤਰ੍ਹਾਂ ਸਹੀ ਜਾਣੇ ਆ। ਮਾਤਾ ਜੀ ਚੁੱਪ ਹੋ ਕੇ ਕੁਝ ਸਮਾਂ ਬਤੀਤ ਕੀਤਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਦੇ ਜੋ ਸੱਸ ਸਹੁਰਾ ਹੈ, ਬਾਬਾ ਮੂਲ ਚੰਦ ਜੀ, ਮਾਤਾ ਚੰਦੋ ਰਾਣੀ ਜੀ, ਫਿਰ ਉਹ ਜਿਵੇਂ ਇੱਥੇ ਸੁਲਤਾਨਪੁਰ ਆ ਗਏ, ਸਤਿਗੁਰੂ ਜੀ ਦੇ ਸੰਬੰਧ ਵਿੱਚ ਆਪਣੀ ਸਪੁੱਤਰੀ ਸੁਲੱਖਣੀ ਤੋਂ ਕੁਝ ਬਚਨ ਸੁਣੇ, ਰੋ ਰੋ ਕੇ ਆਪਣਾ ਜਿਵੇਂ ਦੁੱਖੜਾ ਸੁਣਾਇਆ। ਫਿਰ ਜਿਵੇਂ ਆ ਸੱਸ ਸਹੁਰਾ ਸੰਸਾਰੀ ਤੌਰ 'ਤੇ ਸਤਿਗੁਰੂ ਜੀ ਨੂੰ ਬੋਲਣ ਲੱਗੇ ਵੱਧ ਘੱਟ, ਉਹ ਜਿਵੇਂ ਕਰਦੇ ਹੀ ਹੁੰਦੇ ਨਾ ਘਰਾਂ 'ਚ ਵੀ, ਉਹ ਜਵਾਈਆਂ 'ਤੇ ਆਪਣਾ ਰੋਹਬ ਰੱਬ ਜਿਹਾ ਮਾਰ ਜਾਂਦੇ ਹੁੰਦੇ। ਇਸੇ ਤਰ੍ਹਾਂ ਫਿਰ ਗੁਰੂ ਜੀ ਦੇ ਸੱਸ ਸਹੁਰਾ ਵੀ ਮਹਾਰਾਜ ਜੀ ਨੂੰ ਇਸੇ ਤਰ੍ਹਾਂ ਹੀ ਜਾਣ ਕੇ ਪੀਆਂ ਮਾਨੁਖ ਕਾ ਕਰ ਰੂਪ ਜਾਣ ਕੇ ਤੇ ਵੱਧ ਘੱਟ ਮਹਾਰਾਜ ਜੀ ਨੂੰ ਜਿਵੇਂ ਬੋਲੇ। ਗੁਰੂ ਮਹਾਰਾਜ ਚੁੱਪ ਹੀ ਰਹੇ। ਸੱਚੇ ਪਾਤਸ਼ਾਹ ਸਹਿਣਸ਼ੀਲਤਾ ਦੇ ਸਮੁੰਦਰ, ਖਿਮਾ ਦੇ ਘਰ, ਜਿਵੇਂ ਉਹਨਾਂ ਨੇ ਆਪਣੀ ਅਨਸਾਰੀ ਹੋ ਕੇ ਕਹਿਣਾ ਹੈ, ਗੁਰੂ ਮਹਾਰਾਜ ਚੁੱਪ ਕੀਤੇ ਰਹਿਣਾ ਹੈ। ਉਹ ਪ੍ਰਸੰਗ ਜਿਹੜਾ ਅਗਲੇ ਦੀਵਾਨਾਂ ਵਿੱਚ ਆਵੇਗਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਆਪਾਂ ਇੱਥੇ ਜਿਹੜੇ ਪ੍ਰਸੰਗ ਦੀ ਸਮਾਪਤੀ ਹੋ ਗਈ, ਇੱਥੇ ਸਮਾਪਤੀ ਕਰੀਏ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ, ਸੁਲਤਾਨਪੁਰ ਆਵਨ ਪ੍ਰਸੰਗ ਵਰਣਨ ਨਾਮ 24ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਅੱਧੇ ਹਿੱਸੇ ਦੇ ਜਿਹੜਾ 24 ਅਧਿਆਏ ਸਮਾਪਤ ਹੋ ਗਏ ਹੈ। ਜਿਵੇਂ ਸਤਿਗੁਰੂ ਜੀ ਆਪਣੇ ਅਵਤਾਰ ਸਥਾਨ ਤੋਂ ਰਾਏਭੋਇ ਤਲਵੰਡੀ ਤੋਂ ਸੁਲਤਾਨਪੁਰ ਮਹਾਰਾਜ ਜੀ ਆਏ ਹੈ। ਇੱਥੇ ਆ ਕੇ ਮੋਦੀ ਖਾਨੇ ਦੀ ਜਿਵੇਂ ਕਾਰ ਕੀਤੀ, ਉਹ ਪ੍ਰਸੰਗ ਆਇਆ ਹੈ। ਅਤੇ ਸਤਿਗੁਰੂ ਮਹਾਰਾਜ ਜੀ ਕੌਤਕ ਜਿਵੇਂ ਕਰ ਰਹੇ, ਆਪਾਂ ਲੜੀਵਾਰ ਵਿੱਚ ਸਰਵਣ ਕਰ ਰਹੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਹੁਣ ਇੱਥੇ ਹੀ ਸਮਾਪਤੀ ਹੈ ਜੀ। ਸਦਨ ਗਈ ਪੁਨ ਆਪਨੇ, ਮਨ ਸਚਿੰਤ ਨਿਤ ਹੋਏ, ਸਮਾਂ ਬਿਤਾਵਨ ਕਿਤਕ ਕੀਆ, ਮੁਖ ਤੇ ਤੂਸ਼ਨ ਹੋਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ, ਸੁਲਤਾਨਪੁਰ ਆਵਨ ਪ੍ਰਸੰਗ ਵਰਣਨ ਨਾਮ 24ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।